ਹੈਲੋ ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਅੱਜ ਆਪਾਂ ਕਰਨਾ ਹੈ ਫਿਜ਼ੀਕਲ ਪ੍ਰੋਪਰਟੀਜ਼ ਆਫ ਹੈਲੋ ਅਲਕੇਨ ਜਾਂ ਐਲਕਾਈਲ ਹੈਲਾਈਡ, ਇੱਕੋ ਹੀ ਚੀਜ਼ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਜਿਹੜੀਆਂ ਸਿੰਪਲ ਜਿਹੀਆਂ ਫਿਜ਼ੀਕਲ ਪ੍ਰੋਪਰਟੀਜ਼ ਆਪਾਂ ਕਰਨੀਆਂ। ਠੀਕ ਹੈ, ਤੇ ਸਭ ਤੋਂ ਪਹਿਲੀ ਫਿਜ਼ੀਕਲ ਪ੍ਰੋਪਰਟੀ ਹੁੰਦੀ ਹੈ ਫਿਜ਼ੀਕਲ ਸਟੇਟ। ਠੀਕ ਹੈ, ਫਿਜ਼ੀਕਲ ਸਟੇਟ ਇਹ ਕੁਛ ਜ਼ਿਆਦਾ ਇੰਪੋਰਟੈਂਟ ਨਹੀਂ ਹੁੰਦੀ ਹੈ। ਫਿਜ਼ੀਕਲ ਸਟੇਟ ਦੇ ਵਿੱਚ ਤੁਸੀਂ ਇੰਨਾ ਕੁ ਹੀ ਯਾਦ ਰੱਖਣਾ ਆ, ਜਿਹੜੇ ਲੋਅਰ ਹੈਲੋਅਲਕੇਨਸ ਹੁੰਦੀ ਆ। ਕਿਹੜੇ ਹੁੰਦੇ ਆ? ਲੋਅਰ ਹੈਲੋਅਲਕੇਨਸ। ਜਿੱਦਾਂ ਹੋ ਗਿਆ ਸਾਡੇ ਕੋਲ ਹੈਲੋਅਲਕੇਨਸ, ਕਲੋਰੋਮੀਥੇਨ ਹੋ ਗਿਆ, ਬ੍ਰੋਮੋਮੀਥੇਨ, ਆਈਡੋਮੀਥੇਨ। ਠੀਕ ਆ, ਉਹ ਸਾਰੇ ਗੈਸੀ ਸਟੇਟ ਦੇ ਵਿੱਚ ਹੁੰਦੀ ਆ, ਗੈਸੀਅਸ ਸਟੇਟ ਦੇ ਵਿੱਚ ਹੁੰਦੇ ਆ। ਤੇ ਜਿਹੜੇ C3 ਤੋਂ ਲੈ ਕੇ C18 ਤੱਕ ਹੈਲੋਅਲਕੇਨਸ ਹੁੰਦੇ ਆ, ਉਹ ਮੋਸਟਲੀ ਲਿਕੁਇਡ ਸਟੇਟ ਦੇ ਵਿੱਚ ਹੁੰਦੀ ਹੈ। ਠੀਕ ਹੈ ਨਾ, ਇਹ ਇੱਕ ਸਿੰਪਲ ਜਿਹਾ ਡਾਟਾ ਹੁੰਦਾ ਜਿਹਨੂੰ ਆਪਾਂ ਯਾਦ ਰੱਖਣਾ ਹੁੰਦਾ। ਤੇ ਜਿਹੜੇ ਹਾਇਰ ਦੈਨ C18 ਹੁੰਦੇ ਆ, ਮਤਲਬ ਕਿ C18 ਤੋਂ ਵੱਡੇ ਹੁੰਦੇ ਆ, ਠੀਕ ਹੈ, ਉਹ ਵੈਕਸੀ ਸੋਲਿਡ ਹੁੰਦੇ ਆ। ਠੀਕ ਹੈ, ਵੈਕਸੀ ਸੋਲਿਡ ਹੁੰਦੇ ਆ। ਇਹਦੇ ਵਿੱਚ ਇੰਨਾ ਕੁ ਹੀ ਯਾਦ ਰੱਖਣਾ ਆ ਮੋਸਟਲੀ। ਤੇ ਅੱਗੇ ਆਪਾਂ ਜਿਹੜੀ ਸੈਕਿੰਡ ਪ੍ਰੋਪਰਟੀ ਕਰਨੀ ਹੈ, ਕਾਫੀ ਇੰਪੋਰਟੈਂਟ ਹੈ। ਸੈਕਿੰਡ ਪ੍ਰੋਪਰਟੀ ਹੈ ਡਾਈਪੋਲ ਮੂਵਮੈਂਟ। ਕਿਆ ਆ? ਡਾਈਪੋਲ ਮੂਵਮੈਂਟ। ਪਹਿਲਾਂ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਡਾਈਪੋਲ ਮੂਵਮੈਂਟ ਹੁੰਦੀ ਕੀ ਆ। ਠੀਕ ਹੈ, ਡਾਈਪੋਲ ਮੂਵਮੈਂਟ ਸਮਝ ਲਓ ਥੋੜੀ ਜਿਹੀ। ਜਿੱਦਾਂ ਆਪਾਂ ਹਾਈਡਰੋਜਨ ਮੋਲੀਕਿਊਲ ਬਣਾਉਣਾ, ਠੀਕ ਹੈ, ਇਹਦੇ ਵਿੱਚ ਕੀ ਹੁੰਦਾ? ਇੱਧਰ ਵਾਲੀ ਹਾਈਡਰੋਜਨ 'ਚ ਇੱਕ ਇਲੈਕਟ੍ਰੋਨ ਆ, ਦੂਸਰੀ ਹਾਈਡਰੋਜਨ 'ਚ ਇੱਕ ਇਲੈਕਟ੍ਰੋਨ ਆ। ਇਹਨਾਂ ਨੇ ਸ਼ੇਅਰਿੰਗ ਕੀਤੀ, ਠੀਕ ਹੈ, ਸ਼ੇਅਰਿੰਗ ਕਰਕੇ ਕੋਵਲੈਂਟ ਬੌਂਡ ਬਣਾ ਲਿਆ। ਹੁਣ ਜਿਹੜਾ ਕੋਵਲੈਂਟ ਬੌਂਡ ਬਣਿਆ, ਇਹ ਦੋਨੋਂ ਸੇਮ ਐਟਮ ਆ, ਤਾਂ ਕਰਕੇ ਇਹਦੇ ਵਿੱਚ ਪੋਲਸ ਜਨਰੇਟ ਨਹੀਂ ਹੁੰਦੇ। ਬਟ ਜੇ ਆਪਾਂ ਗੱਲ ਕਰਦੇ ਪਏ ਹਾਂ HCl ਦੀ, ਹਾਈਡਰੋਜਨ ਤੇ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਸ਼ੇਅਰਿੰਗ ਕੀਤੀ, ਸ਼ੇਅਰਿੰਗ ਕਰਕੇ ਕੋਵਲੈਂਟ ਬੌਂਡ ਬਣਾ ਲਿਆ। ਠੀਕ ਹੈ, HCl ਬੌਂਡ ਬਣ ਗਿਆ। ਹੁਣ ਹੈ ਕੀ ਆ? ਕਲੋਰੀਨ ਕੀ ਆ? ਇਲੈਕਟ੍ਰੋਨੈਗੇਟਿਵ ਆ। ਉਹਨੇ ਕੀ ਕਰਨਾ? ਉਹਨੇ ਆ ਜਿਹੜਾ ਸ਼ੇਅਰਡ ਪੇਅਰ ਇਲੈਕਟ੍ਰੋਨ ਆ, ਇੱਕ ਬੌਂਡ 2 ਇਲੈਕਟ੍ਰੋਨਸ ਤੋਂ ਬਣਿਆ ਹੋਇਆ ਆ। ਹੁਣ ਆ ਜਿਹੜੇ ਦੋ ਇਲੈਕਟ੍ਰੋਨਸ ਆ, ਕਲੋਰੀਨ ਇੱਕ ਤਾਂ ਉਹਦੇ ਕੋਲ ਆਪਣਾ ਹੀ ਹੈ, ਇੱਕ ਹਾਈਡਰੋਜਨ ਦਾ, ਉਹਨੇ ਹਾਈਡਰੋਜਨ ਵਾਲਾ ਇਲੈਕਟ੍ਰੋਨ ਵੀ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦੇਣਾ। ਜਿੰਨੀ ਟੈਂਡੈਂਸੀ ਨਾਲ ਉਹਨੇ ਆਪਣੇ ਵੱਲ ਖਿੱਚਣਾ, ਉਨਾ ਇਸ ਸਾਈਡ ਪਾਰਸ਼ਲ ਨੈਗੇਟਿਵ ਚਾਰਜ ਆ ਜਾਣਾ, ਕਿਉਂਕਿ ਉਹ ਇਲੈਕਟ੍ਰੋਨ ਖਾ ਰਹੀ ਆ। ਜਿਹੜੀ ਚੀਜ਼ ਇਲੈਕਟ੍ਰੋਨ ਖਾ ਰਹੀ ਆ ਉੱਤੇ ਪਾਰਸ਼ਲ ਨੈਗੇਟਿਵ ਚਾਰਜ, ਇੱਧਰਲੇ ਪਾਸੇ ਪਾਰਸ਼ਲ ਪੋਜ਼ਿਟਿਵ ਚਾਰਜ। ਹੁਣ ਪੋਲਸ ਜਨਰੇਟ ਹੋਗਾ। ਜਦੋਂ ਪੋਲਸ ਜਨਰੇਟ ਹੋਗਾ ਤਾਂ ਕਰਕੇ ਆਪਾਂ ਬੋਲਦੇ ਕਿ ਇਹਦੀ ਡਾਈਪੋਲ ਮੂਵਮੈਂਟ ਹੋਊਗੀ। ਠੀਕ ਆ, ਇਹ ਕਿਹੜਾ ਪੋਲਰ ਮੋਲੀਕਿਊਲ ਆ ਤੇ ਇਹਦੀ ਡਾਈਪੋਲ ਮੂਵਮੈਂਟ ਹੋਊਗੀ। ਓਕੇ, ਤੇ ਜੇ ਹੁਣ ਆਪਾਂ ਗੱਲ ਕਰਦੇ ਪਏ ਹਾਂ ਇੱਕ ਸਿੰਪਲ ਜਿਹਾ ਡਾਟਾ, ਆਪਾਂ ਬੁੱਕ ਦੇ ਅਕੋਰਡਿੰਗ ਹੀ ਚੱਕਦੇ ਪਏ। ਇੱਕ ਹੈਗਾ CH3F, ਠੀਕ ਆ, ਦੂਸਰੇ ਪਾਸੇ ਹੈਗਾ CH3Cl, CH3Br, CH3I। ਠੀਕ ਹੈ ਜੀ। ਹੁਣ ਆਪਾਂ ਡਾਈਪੋਲ ਮੂਵਮੈਂਟ ਦੀ ਗੱਲ ਕਰੀਏ, ਇੱਥੇ ਲਿਖਤੀ ਡਾਈਪੋਲ ਮੂਵਮੈਂਟ ਨੂੰ ਮਿਊ ਦੇ ਨਾਲ ਡਿਨੋਟ ਕਰਦੇ ਆ। ਇਹਦੀ ਡਾਈਪੋਲ ਮੂਵਮੈਂਟ ਹੁੰਦੀ ਆ 1.2D। ਓਕੇ, ਇਹਦੀ ਹੁੰਦੀ ਆ 1.94D। ਠੀਕ ਹੈ, ਇਹਦੀ ਹੁੰਦੀ ਆ 1.79D, ਇਹਦੀ ਹੁੰਦੀ ਆ 1.64D। ਠੀਕ ਹੈ ਨਾ, ਐਕਸਪੈਰੀਮੈਂਟਲ ਡਾਟਾ ਆ ਇਹ। ਠੀਕ ਹੈ ਬੇਟਾ, ਇਹ ਡਾਈਪੋਲ ਮੂਵਮੈਂਟ ਜਿਹੜੀ ਹੈ ਐਕਸਪੈਰੀਮੈਂਟਲ ਆ, ਬਟ ਐਕਚੁਅਲ ਦੇ ਵਿੱਚ ਹੁਣ ਦੇਖੋ ਥੋੜ੍ਹੀ ਜਿਹੀ ਚੀਜ਼ ਸਮਝਣੀ ਆ। ਜਿਹੜੀ ਡਾਈਪੋਲ ਮੂਵਮੈਂਟ ਹੁੰਦੀ ਹੈ ਨਾ, ਡਾਈਪੋਲ ਮੂਵਮੈਂਟ ਦਾ ਫਾਰਮੂਲਾ, ਇਹ +1 ਦਾ ਟੌਪਿਕ ਹੈ। ਠੀਕ ਹੈ, ਇਹਨੂੰ ਹੁੰਦਾ ਫਾਰਮੂਲਾ ਚਾਰਜ ਇਨਟੂ ਡਿਸਟੈਂਸ ਹੁੰਦਾ ਹੈ। ਠੀਕ ਹੈ, ਚਾਰਜ ਇਨਟੂ ਡਿਸਟੈਂਸ ਬਿਟਵੀਨ ਐਟਮਸ ਕੇ। ਜਿੱਦਾਂ ਹੁਣ ਦੇਖੋ, ਜੇ ਆਪਾਂ ਇਹਨੂੰ ਹਾਈਡਰੋਜਨ ਨੂੰ ਉੱਦਾਂ ਟੈਟਰਾਹਾਈਡਰਲ ਸ਼ੇਪ ਹੁੰਦੀ ਹੈ, ਬਟ ਇਸ ਤਰ੍ਹਾਂ ਮੈਂ ਸਿਰਫ ਸਮਝਣ ਲਈ ਲਿਖ ਰਿਹਾ ਹਾਂ। Cl ਆ, ਹੁਣ ਦੇਖੋ ਜਿਹੜੀ ਡਾਈਪੋਲ ਮੂਵਮੈਂਟ ਹੁੰਦੀ ਹੈ ਨਾ, ਜਿੱਦਾਂ ਦੋ ਆ, ਇੱਕ ਆਊਟ ਆਫ ਕਾਰਬਨ ਐਂਡ ਫਲੋਰੀਨ, ਇਹਨਾਂ 'ਚੋਂ ਇਲੈਕਟ੍ਰੋਨੈਗੇਟਿਵ ਕਿਹੜਾ ਆ? ਫਲੋਰੀਨ ਇਲੈਕਟ੍ਰੋਨੈਗੇਟਿਵ ਆ,
ਤਾਂ ਕਰਕੇ ਇਹਨੇ ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚਿਆ। ਜਦੋਂ ਇਲੈਕਟ੍ਰੋਨ ਨੂੰ ਖਿੱਚਿਆ ਇੱਧਰ ਨੈਗੇਟਿਵ ਚਾਰਜ ਆ ਗਿਆ, ਇੱਧਰ ਪੋਜ਼ੀਟਿਵ ਚਾਰਜ ਆ ਗਿਆ। ਹੁਣ ਇਹ ਚੀਜ਼ ਯਾਦ ਰੱਖਣੀ ਆ, ਜਿੰਨਾ ਨੈਗੇਟਿਵ ਇੱਧਰ ਆ ਰਿਹਾ ਆ ਉਨਾ ਹੀ ਪੋਜ਼ੀਟਿਵ ਇੱਧਰ ਆਉਣਾ ਹੈ। ਠੀਕ ਹੈ, ਜਿੰਨਾ ਇਸ ਸਾਈਡ ਨੈਗੇਟਿਵ ਆ ਰਿਹਾ ਉਨਾ ਹੀ ਪੋਜ਼ੀਟਿਵ ਆਊਗਾ ਦੂਸਰੀ ਸਾਈਡ। ਓਕੇ, ਜੇ ਹੁਣ ਆਪਾਂ ਸਿਰਫ ਦੇਖੋ ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਕੌਣ ਹੁੰਦਾ? ਫਲੋਰੀਨ ਇਲੈਕਟ੍ਰੋਨੈਗੇਟਿਵ ਹੁੰਦਾ, ਉਸ ਤੋਂ ਘੱਟ ਕਲੋਰੀਨ, ਬਰੋਮੀਨ, ਦੈਨ ਆਇਓਡੀਨ। ਇਹ ਕਿਹੜਾ ਇਲੈਕਟ੍ਰੋਨੈਗੇਟਿਵ ਆਰਡਰ। ਠੀਕ ਹੈ, ਹੁਣ ਇਹਦੇ ਅਕੋਰਡਿੰਗ ਤਾਂ ਸਭ ਤੋਂ ਜਿੰਨਾ ਜ਼ਿਆਦਾ ਇਲੈਕਟ੍ਰੋਨੈਗੇਟਿਵ ਆ ਉਨਾ ਜ਼ਿਆਦਾ ਇਲੈਕਟ੍ਰੋਨ ਖਿੱਚਣਾ ਸੀ, ਉਨਾ ਡਾਈਪੋਲ ਮੂਵਮੈਂਟ ਜ਼ਿਆਦਾ ਆਉਣੀ ਚਾਹੀਦੀ ਸੀ। ਬਟ ਇਹਦੇ ਵਿੱਚ ਬਾਕੀ ਤਾਂ ਆਰਡਰ ਇਹਦੇ ਤੋਂ ਬਾਅਦ 'ਚ ਤਾਂ ਡਿਕਰੀਜ਼ ਹੋ ਰਿਹਾ ਕਿਉਂਕਿ ਇਲੈਕਟ੍ਰੋਨੈਗੇਟਿਵਿਟੀ ਡਿਕਰੀਜ਼ ਹੋ ਰਹੀ, ਉਹ ਤਾਂ ਠੀਕ ਆ। ਬਟ ਇਹਨਾਂ ਦੇ ਵਿੱਚ ਐਕਸਪੈਕਟਡ ਇਹਦਾ ਜ਼ਿਆਦਾ ਹੋਣਾ ਚਾਹੀਦਾ ਸੀਗਾ। ਠੀਕ ਹੈ, ਫਲੋਰੀਨ ਦਾ ਫਲੋਰੋਮੀਥੇਨ ਦਾ। ਠੀਕ ਹੈ, ਕਿਉਂ ਜ਼ਿਆਦਾ ਹੋਣਾ ਚਾਹੀਦਾ? ਕਿਉਂਕਿ ਫਲੋਰੀਨ ਇਜ਼ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ, ਬਟ ਇਹਦਾ ਜ਼ਿਆਦਾ ਹੁੰਦਾ। ਇੱਦਾਂ ਇਹ ਇੱਕ ਅਨਐਕਸਪੈਕਟਡ ਰਿਜ਼ਲਟ ਕਿਉਂ ਆ ਰਿਹਾ? ਕਿਉਂਕਿ ਜਿਹੜੀ ਡਾਈਪੋਲ ਮੂਵਮੈਂਟ ਹੁੰਦੀ ਹੈ ਚਾਰਜ ਇਨਟੂ ਡਿਸਟੈਂਸ। ਜਿਹੜਾ ਫਲੋਰੀਨ ਆ ਉਹਦਾ ਸਾਈਜ਼ ਛੋਟਾ ਆ, ਠੀਕ ਹੈ ਨਾ, ਸਮੋਲ ਸਾਈਜ਼। ਠੀਕ ਹੈ, ਸਮੋਲ ਸਾਈਜ਼ ਕਰਕੇ ਜਿਹੜਾ ਇਸਥੋਂ ਇਹਦੇ ਸੈਂਟਰ ਤੋਂ ਲੈ ਕੇ ਇਹਦੇ ਸੈਂਟਰ ਦਾ ਡਿਸਟੈਂਸ ਘੱਟ ਆ, ਜਿਹਦੇ ਕਰਕੇ ਡਾਈਪੋਲ ਮੂਵਮੈਂਟ ਘੱਟ ਗਈ। ਠੀਕ ਹੈ, ਤੁਸੀਂ ਜ਼ਿਆਦਾ ਕੁਝ ਨਹੀਂ ਲਿਖਣਾ, ਤੁਸੀਂ ਸਿਰਫ ਪਹਿਲਾਂ ਤਾਂ ਯਾਦ ਰੱਖੋ ਕਿ ਫਲੋਰੋਮੀਥੇਨ, ਕਲੋਰੋਮੀਥੇਨ, ਬ੍ਰੋਮੋਮੀਥੇਨ, ਆਈਡੋਮੀਥੇਨ ਦੇ ਵਿੱਚ ਸਭ ਤੋਂ ਜ਼ਿਆਦਾ ਡਾਈਪੋਲ ਮੂਵਮੈਂਟ ਕਿਹਦੀ ਆ? ਕਲੋਰੋਮੀਥੇਨ ਦੀ। ਆਪਾਂ ਕਈ ਵਾਰੀ ਕੀ ਕਰਦੇ ਆ, ਫਲੋਰੀਨ ਮੋਸਟ ਇਲੈਕਟ੍ਰੋਨੈਗੇਟਿਵ ਇਹਨੂੰ ਟਿਕ ਕਰ ਦਿੰਦੇ ਆ। ਠੀਕ ਹੈ, ਬਟ ਇੱਥੇ ਅਨਐਕਸਪੈਕਟਡ ਆ, ਠੀਕ ਹੈ ਨਾ, ਐਕਸੈਪਸ਼ਨਲ ਕੇਸ ਆ, ਇਹਦੇ ਵਿੱਚ ਕਲੋਰੋਮੀਥੇਨ ਦੀ ਜ਼ਿਆਦਾ ਆ। ਕਲੋਰੋਮੀਥੇਨ ਦੀ ਜ਼ਿਆਦਾ ਕਿਉਂ ਆ? ਕਿਉਂਕਿ ਡਾਈਪੋਲ ਮੂਵਮੈਂਟ ਇਜ਼ ਇਕੁਅਲ ਟੂ ਕਿਆ ਹੁੰਦਾ? ਚਾਰਜ ਇਨਟੂ ਡਿਸਟੈਂਸ। ਇਹਦੇ 'ਤੇ ਚਾਰਜ ਤਾਂ ਭਾਵੇਂ ਘੱਟ ਆ ਬਟ ਡਿਸਟੈਂਸ ਜ਼ਿਆਦਾ ਆ। ਠੀਕ ਹੈ ਨਾ, ਜਿਹਦੇ ਕਰਕੇ ਇਹਦੀ ਡਾਈਪੋਲ ਮੂਵਮੈਂਟ ਜ਼ਿਆਦਾ ਆ। ਓਕੇ, ਇਹ ਯਾਦ ਰੱਖਣਾ ਆ। ਅਤੇ ਜਿਹੜੀ ਸਾਡੀ ਥਰਡ ਪ੍ਰੋਪਰਟੀ ਆਣੀ ਉਹ ਆਣੀ ਆ ਬੋਇਲਿੰਗ ਪੁਆਇੰਟ। ਬੇਟਾ ਅਗਲਾ ਸਾਡੀ ਪ੍ਰੋਪਰਟੀ ਹੈਗੀ ਆ ਬੋਇਲਿੰਗ ਪੁਆਇੰਟਸ। ਠੀਕ ਹੈ, ਇਹਨੂੰ ਥੋੜ੍ਹਾ ਕਿ ਮੈਂ ਵਿਦ ਐਗਜ਼ਾਮਪਲ ਹੀ ਦੱਸੂੰਗਾ। ਜਿੱਦਾਂ ਸਭ ਤੋਂ ਪਹਿਲਾਂ ਉਹਨੇ ਲਿਖਿਆ ਆ ਫਲੋਰੋਮੀਥੇਨ, ਕਲੋਰੋਮੀਥੇਨ, ਬ੍ਰੋਮੋਮੀਥੇਨ, ਆਈਡੋਮੀਥੇਨ। ਜੇ ਆਪਾਂ ਬੋਇਲਿੰਗ ਪੁਆਇੰਟ ਦੀ ਗੱਲ ਕਰੀਏ, ਠੀਕ ਹੈ, ਇਹਦਾ ਬੋਇਲਿੰਗ ਪੁਆਇੰਟ ਹੁੰਦਾ 194, ਇਹਦਾ ਬੋਇਲਿੰਗ ਪੁਆਇੰਟ ਹੁੰਦਾ 249, ਇਹਦਾ ਬੋਇਲਿੰਗ ਪੁਆਇੰਟ ਹੈਗਾ 278। ਹੁਣ ਦੇਖੋ ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾ ਰਹੇ ਹਾਂ ਬੋਇਲਿੰਗ ਪੁਆਇੰਟ ਕੀ ਹੋ ਰਿਹਾ? ਬੋਇਲਿੰਗ ਪੁਆਇੰਟ ਇਨਕਰੀਜ਼ ਹੋ ਰਿਹਾ। ਹੁਣ ਸਮਝਣ ਵਾਲੀ ਕੀ ਲੋੜ ਆ ਕਿ ਆਹ CH3 ਤਾਂ ਸਾਰਿਆਂ ਦੇ ਵਿੱਚ ਸੇਮ ਆ। ਠੀਕ ਹੈ, ਬਟ ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾ ਰਹੇ ਹਾਂ ਫਲੋਰੀਨ, ਕਲੋਰੀਨ, ਬਰੋਮੀਨ, ਆਇਓਡੀਨ, ਇਹਨਾਂ ਦੇ ਵਿੱਚੋਂ ਜੇ ਆਪਾਂ ਇਹਨਾਂ ਦਾ ਸਾਈਜ਼ ਦੇਖੀਏ, ਸਾਈਜ਼ ਸਭ ਤੋਂ ਜ਼ਿਆਦਾ ਕੀ ਹੋਊਗਾ? ਫਲੋਰੀਨ ਦਾ ਸਭ ਤੋਂ ਘੱਟ, ਉਹ ਤੋਂ ਵੱਡਾ ਕਲੋਰੀਨ, ਉਹ ਤੋਂ ਬਾਅਦ ਬਰੋਮੀਨ, ਆਇਓਡੀਨ। ਠੀਕ ਹੈ, ਤੁਸੀਂ ਯਾਦ ਰੱਖਣਾ ਕਿ ਜੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬੋਇਲਿੰਗ ਪੁਆਇੰਟ ਕਿਹਦਾ? CH3I ਦਾ, ਮੀਥੇਨ, ਆਈਡੋਮੀਥੇਨ ਦਾ। ਕਿਉਂ ਆ? ਕਿਉਂਕਿ ਉਹਦਾ ਸਾਈਜ਼ ਸਭ ਤੋਂ ਵੱਡਾ ਆ। ਸਾਈਜ਼ ਸਭ ਤੋਂ ਵੱਡਾ ਹੋਣ ਕਰਕੇ ਬੇਟਾ ਜਿਹੜੀ ਚੀਜ਼ ਸਾਈਜ਼ ਨਾਲ ਰਿਲੇਟਡ ਆ ਤੁਸੀਂ ਉੱਥੇ ਲਿਖ ਕੇ ਆਉਣਾ ਸਾਈਜ਼ ਵੱਡਾ, ਜਿਹਦੇ ਕਰਕੇ ਉਹਦੇ ਵਿੱਚ ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ ਜ਼ਿਆਦਾ ਆ। ਠੀਕ ਆ, ਸਾਈਜ਼ ਜਾਂ ਇੱਥੇ ਸਰਫੇਸ ਏਰੀਆ ਵੀ ਲਿਖ ਦਿੰਦੀ ਆ। ਠੀਕ ਹੈ, ਜਿਹਦਾ ਸਾਈਜ਼ ਵੱਡਾ ਉਹਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਹੋਊਗੀ? ਉਹਦੇ ਵਿੱਚ ਮੋਰ ਵਿਲ ਵੀ ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ। ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾਂਦੇ ਪਏ ਹਾਂ ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ ਇਨਕਰੀਜ਼ ਹੋਈ ਜਾਂਦੀਆਂ। ਇਨਕਰੀਜ਼ ਕਿਉਂ ਹੋਈ ਜਾਂਦੀਆਂ? ਕਿਉਂਕਿ ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾਂਦੇ ਹਾਂ ਸਾਈਜ਼ ਆਫ ਹੈਲੋਜਨ ਐਟਮ ਇਨਕਰੀਜ਼ਿਸ। ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ ਵੱਧ ਗਈਆਂ ਜਿਨ੍ਹਾਂ ਦੇ ਕਰਕੇ ਬੋਇਲਿੰਗ ਪੁਆਇੰਟ ਵੱਧ ਗਿਆ। ਠੀਕ ਹੈ, ਸਿੰਪਲ ਕੀ ਯਾਦ ਰੱਖਣੀ ਆ, ਜਿਹੜਾ ਬੋਇਲਿੰਗ ਪੁਆਇੰਟ ਆ ਇਹਦਾ ਡਾਇਰੈਕਟ ਰਿਲੇਸ਼ਨ ਹੁੰਦਾ ਵੰਡਰਵਾਲ ਫੋਰਸਿਸ ਨਾਲ। ਠੀਕ ਹੈ, ਵੰਡਰਵਾਲ ਫੋਰਸਿਸ ਨਾਲ, ਅਤੇ ਵੰਡਰਵਾਲ ਦਾ ਫੋਰਸਿਸ ਦਾ ਡਾਇਰੈਕਟ ਰਿਲੇਸ਼ਨ ਹੁੰਦਾ ਸਾਈਜ਼ ਜਾਂ ਸਰਫੇਸ ਏਰੀਆ ਨਾਲ।
ठीक है। जिन्ना सरफेस एरिया ज़्यादा उन्ना बॉयलिंग पॉइंट ज़्यादा। ओके। तो हुण जे ਆਪਾਂ एक होर एग्जाम्पल लैके कर लीए, जिद्दां तुहाडे कोल आ गया CH3Cl, दूसरा लिख दिता CH3CH2Cl, CH3CH2CH2Cl, ਜਿਹੜਾ ਇਹਦਾ ਹੈਗਾ 249 ਬੋਇਲਿੰਗ ਪੁਆਇੰਟ ਹੈ, ਠੀਕ ਹੈ। ਤੇ ਇਹਦਾ ਹੈਗਾ 285.5, ਇਹਦਾ 320 ਕੈਲਵਿਨ ਹੋਣਾ। ਓਕੇ, ਨਾਲ ਕੈਲਵਿਨ ਲਿਖ ਲਓ। ਹੁਣ ਦੇਖੋ ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾ ਰਹੇ ਹਾਂ, ਬੋਇਲਿੰਗ ਪੁਆਇੰਟ ਪਹਿਲਾਂ 249 ਆ, ਫਿਰ 285.5 ਹੋ ਗਿਆ, ਫਿਰ 320 ਹੋ ਗਿਆ। ਇਸ ਸਾਈਡ ਨੂੰ ਬੋਇਲਿੰਗ ਪੁਆਇੰਟ ਇਨਕਰੀਜ਼ ਹੋ ਰਿਹਾ ਹੈ। ਹੁਣ ਦੇਖੋ ਸਾਰਿਆਂ ਦੇ ਨਾਲ ਤਾਂ ਕਲੋਰਾਈਡ ਹੀ ਲੱਗਿਆ ਹੋਇਆ ਆ, ਬਟ ਇਨਕਰੀਜ਼ ਕੀ ਹੋ ਰਿਹਾ, ਇਹਦੇ ਵਿੱਚ ਇੱਕ ਮਿਥਾਈਲ ਗਰੁੱਪ ਆ, ਇਹਦੇ ਵਿੱਚ ਇੱਕ ਕਾਰਬਨ ਐਟਮ ਤੇ ਹਾਈਡਰੋਜਨ ਹੋਰ ਵੱਧ ਗਏ, ਇਹਦੇ ਵਿੱਚ ਹੋਰ ਵੱਧ ਗਿਆ। ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾ ਰਹੇ ਹਾਂ, ਕੀ ਇਨਕਰੀਜ਼ ਹੋ ਰਹੀ ਆ, ਕਾਰਬਨ ਚੇਨ ਇਨਕਰੀਜ਼ ਹੋ ਰਹੀ ਹੈ। ਕਾਰਬਨ ਚੇਨ ਕੀ ਹੋ ਰਹੀ ਆ, ਇਨਕਰੀਜ਼ ਹੋ ਰਹੀ ਆ। ਜੇ ਕਾਰਬਨ ਚੇਨ ਇਨਕਰੀਜ਼ ਹੋ ਰਹੀ ਆ, ਸਰਫੇਸ ਏਰੀਆ ਕੀ ਹੋ ਰਿਹਾ ਆ, ਸਰਫੇਸ ਏਰੀਆ ਵੀ ਇਨਕਰੀਜ਼ ਹੋਊਗਾ, ਠੀਕ ਹੈ। ਜੇ ਸਰਫੇਸ ਏਰੀਆ ਇਨਕਰੀਜ਼ ਹੋ ਰਿਹਾ, ਵੰਡਰਵਾਲ ਫੋਰਸਿਸ ਵੀ ਕੀ ਹੋਣਗੀਆਂ, ਵੰਡਰਵਾਲ ਫੋਰਸਿਸ ਵੀ ਇਨਕਰੀਜ਼ ਹੋ ਰਹੀਆਂ। ਜੇ ਵੰਡਰਵਾਲ ਫੋਰਸਿਸ ਵੀ ਇਨਕਰੀਜ਼ ਹੋ ਰਹੀਆਂ ਤੇ ਬੋਇਲਿੰਗ ਪੁਆਇੰਟ ਵੀ ਕੀ ਹੋਊਗਾ, ਇਨਕਰੀਜ਼ ਹੋਊਗਾ। ਇੰਨੀ ਕੁ ਚੀਜ਼ ਯਾਦ ਰੱਖਣੀ ਹੈ, ਠੀਕ ਹੈ, ਜਿਹੜੀ ਇੰਪੋਰਟੈਂਟ ਆ। ਓਕੇ। ਤੇ ਬੇਟਾ ਉਹਦੇ ਬਾਅਦ ਵਿੱਚ ਆਪਾਂ ਇੱਕ ਹੋਰ ਕਰਨਾ, ਜਿਹਦੇ ਵਿੱਚ ਕਾਰਬਨ ਐਟਮ ਸੇਮ ਰੱਖਣੇ ਆ। ਜਿੱਦਾਂ ਇੱਕ ਕੰਪਾਊਂਡ ਲਿਖ ਲਿਆ CH2CH2Br, ਠੀਕ ਹੈ। ਦੂਸਰਾ ਕੰਪਾਊਂਡ ਲਿਖ ਲਿਆ ਇਹ ਵਾਲਾ ਲਿਖ ਲਿਆ, ਠੀਕ ਹੈ। ਤੇ ਥਰਡ ਲਿਖ ਲਿਆ Br, ਠੀਕ ਹੈ। ਹੁਣ ਇਹਦਾ ਬੋਇਲਿੰਗ ਪੁਆਇੰਟ ਹੈਗਾ, ਜੇ ਆਪਾਂ ਬੋਇਲਿੰਗ ਪੁਆਇੰਟ ਦੀ ਗੱਲ ਕਰੀਏ 375 ਕੈਲਵਿਨ ਆ, ਇਹਦਾ ਬੋਇਲਿੰਗ ਪੁਆਇੰਟ ਹੈਗਾ 364 ਕੈਲਵਿਨ ਆ, ਤੇ ਜਿਹੜਾ ਲਾਸਟ ਵਾਲਾ ਇਹਦਾ ਬੋਇਲਿੰਗ ਪੁਆਇੰਟ ਹੈਗਾ 346 ਕੈਲਵਿਨ। ਹੁਣ ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾ ਰਹੇ ਹਾਂ, ਬੋਇਲਿੰਗ ਪੁਆਇੰਟ ਇਨਕਰੀਜ਼ ਹੋ ਰਿਹਾ ਆ, ਇਨਕਰੀਜ਼ ਨਹੀਂ, ਬੋਇਲਿੰਗ ਪੁਆਇੰਟ ਡਿਕਰੀਜ਼ ਹੋ ਰਿਹਾ ਆ। ਹੁਣ ਦੇਖੋ Br ਸਾਰਿਆਂ 'ਚ ਸੇਮ ਆ, ਨੰਬਰ ਆਫ ਕਾਰਬਨ ਐਟਮ 4 ਆ, ਹਾਈਡਰੋਜਨ ਵੀ ਸੇਮ ਆ, ਠੀਕ ਆ। ਬਟ ਹੋ ਕੀ ਰਿਹਾ, ਇੱਥੇ ਲੌਂਗ ਚੇਨ ਆ, ਇੱਥੇ ਥੋੜੀ ਕੁ ਬ੍ਰਾਂਚਿੰਗ ਹੋ ਗਈ, ਇੱਥੇ ਬ੍ਰਾਂਚਿੰਗ ਕਿੰਨੀ ਜ਼ਿਆਦਾ ਹੋ ਗਈ, ਠੀਕ ਆ। ਤੁਸੀਂ ਯਾਦ ਰੱਖਣਾ ਆ, ਬ੍ਰਾਂਚਿੰਗ leads to decrease in surface area। ਜਿੱਦਾਂ ਜਿੱਦਾਂ ਬ੍ਰਾਂਚਿੰਗ ਹੋਈ ਜਾਣੀ ਆ, ਸਰਫੇਸ ਏਰੀਆ ਕੀ ਹੋਈ ਜਾਣਾ, ਡਿਕਰੀਜ਼ ਹੋ ਜਾਣਾ। ਜੇ ਸਰਫੇਸ ਏਰੀਆ ਡਿਕਰੀਜ਼ ਹੋ ਗਿਆ, ਵੰਡਰਵਾਲ ਫੋਰਸਿਸ ਵੀ ਕੀ ਹੋ ਗਏ, ਵੰਡਰਵਾਲ ਫੋਰਸਿਸ ਵੀ ਕੀ ਹੋ ਗਏ, ਡਿਕਰੀਜ਼ ਹੋ ਗਏ। ਜੇ ਵੰਡਰਵਾਲ ਫੋਰਸਿਸ ਵੀ ਡਿਕਰੀਜ਼ ਹੋ ਗਏ ਤਾਂ ਬੋਇਲਿੰਗ ਪੁਆਇੰਟ ਵੀ ਕੀ ਹੋ ਗਿਆ, ਡਿਕਰੀਜ਼ ਹੋ ਗਿਆ, ਠੀਕ ਹੈ। ਜੇ ਤੁਹਾਨੂੰ ਇਹ ਵਾਲੇ 3 ਪੁਆਇੰਟ ਸਮਝ ਲੱਗ ਗਏ ਆ ਤੇ ਬੋਇਲਿੰਗ ਪੁਆਇੰਟ ਨਾਲ ਰਿਲੇਟਡ ਤੁਸੀਂ ਸਾਰੇ ਕੁਐਸਚਨਸ ਕਰ ਸਕਦੇ ਆ। ਓਕੇ, ਬਹੁਤ ਸਿੰਪਲ ਜਿਹਾ ਕੰਮ ਰਹਿ ਗਿਆ ਹੋਇਆ ਹੁਣ, ਠੀਕ ਆ। ਇਹਦੇ ਵਿੱਚ ਜ਼ਿਆਦਾਤਰ ਆਪਾਂ ਗੱਲ ਕੀਤੀ ਆ ਵੰਡਰਵਾਲ ਫੋਰਸਿਸ ਦੀ, ਜਿਹੜੇ ਕਿਹਦੇ ਨਾਲ ਰਿਲੇਟਡ ਆ, ਵੰਡਰਵਾਲ ਫੋਰਸਿਸ ਹੈਗੇ ਆ ਸਰਫੇਸ ਏਰੀਏ ਨਾਲ ਰਿਲੇਟਡ। ਓਕੇ ਬੇਟਾ, ਉਹਦੇ ਬਾਅਦ ਵਿੱਚ ਆਪਾਂ ਕਰਨੀ ਹੈ ਡੈਂਸਿਟੀ, ਜਿਹੜੀ ਸਾਡੀ ਪ੍ਰੋਪਰਟੀ ਆ। ਡੈਂਸਿਟੀ ਦੇ ਵਿੱਚ ਤੁਸੀਂ ਸਿੰਪਲ ਚੀਜ਼ ਜਿਹੜੀ ਯਾਦ ਰੱਖਣੀ ਹੈ, ਕਹਿੰਦਾ ਕਿ ਅਲਕਾਈਲ ਹੈਲਾਈਡਸ ਨਾਰਮਲੀ ਲਾਈਟਰ ਦੈਨ ਵਾਟਰ, ਠੀਕ ਹੈ ਨਾ। ਇਹ ਸਿੰਪਲ ਜਿਹੀ ਲਾਈਨ ਲਿਖੀ ਹੋਈ ਸੀ ਬੁੱਕ ਦੇ ਵਿੱਚ, ਮੈਂ ਤੁਹਾਨੂੰ ਦੱਸ ਰਿਹਾ, ਬਟ ਇਹਨੂੰ ਕੁਝ ਖਾਸ ਯਾਦ ਕਰਨ ਦੀ ਲੋੜ ਨਹੀਂ ਹੈ, ਠੀਕ ਹੈ। ਕਿਉਂਕਿ ਜੇ ਆਪਾਂ ਕਾਰਬਨ ਚੇਨ ਇਨਕਰੀਜ਼ ਕਰ ਦਿਆਂਗੇ ਤਾਂ ਉਹ ਵਾਟਰ ਤੋਂ ਹੈਵੀ ਵੀ ਹੋ ਸਕਦੇ ਆ, ਠੀਕ ਹੈ। ਬਟ ਇੱਥੇ ਕੀ ਲਿਖਦਾ ਪਿਆ ਕਿ ਅਲਕਾਈਲ ਹੈਲਾਈਡਸ ਆਰ ਨਾਰਮਲੀ ਲਾਈਟਰ ਦੈਨ ਵਾਟਰ, ਬਟ ਆਪਾਂ ਜਿਹੜੀ ਮੇਨ ਯਾਦ ਕੀ ਰੱਖਣਾ ਆ, ਅਲਕਾਈਲ ਹੈਲਾਈਡ ਨਹੀਂ, ਅਲਕਾਈਲ ਕਲੋਰਾਈਡ ਲਿਖੋ, ਠੀਕ ਆ। ਅਲਕਾਈਲ ਕਲੋਰਾਈਡ ਜਿਹੜੇ ਆ ਉਹ ਹਲਕੇ ਹੁੰਦੇ ਆ, ਠੀਕ ਹੈ। ਹੁਣ ਤੁਸੀਂ ਯਾਦ ਰੱਖਣਾ ਕਿ ਜਿਹੜਾ Cl ਆ, Cl
ਤੋਂ ਭਾਰਾ ਕੌਣ ਆ? Br ਤੋਂ ਭਾਰਾ ਕੌਣ ਆ? ਆਇਓਡਾਈਡ। ਠੀਕ ਹੈ, ਤੇ ਜਿਹੜਾ ਜਿੰਨਾ weight ਜ਼ਿਆਦਾ ਆ ਉਹਦੀ ਡੈਂਸਿਟੀ ਉਨੀ ਕੀ ਹੋਊਗੀ? ਜ਼ਿਆਦਾ ਹੋਊਗੀ, ਕਿਉਂਕਿ ਡੈਂਸਿਟੀ ਦਾ ਫਾਰਮੂਲਾ ਕੀ ਹੁੰਦਾ? ਮਾਸ ਅਪੋਨ ਵੋਲੀਅਮ। ਜਿਹਦਾ ਮਾਸ ਜ਼ਿਆਦਾ ਆ ਉਹਦੀ ਡੈਂਸਿਟੀ ਕੀ ਹੋਊਗੀ? ਜ਼ਿਆਦਾ ਹੋਊਗੀ। ਤੁਸੀਂ ਸਿੰਪਲ ਜਿਹਾ ਯਾਦ ਕੀ ਰੱਖਣਾ ਕਿ ਜਿਹੜਾ Ri ਆ ਐਲਕਾਈਲ ਆਇਓਡਾਈਡ ਆ ਉਹਦੀ ਸਭ ਤੋਂ ਜ਼ਿਆਦਾ ਡੈਂਸਿਟੀ ਆ ਐਲਕਾਈਲ ਆਇਓਡਾਈਡ ਤੋਂ ਘੱਟ ਹੋਊਗੀ ਐਲਕਾਈਲ ਬਰੋਮਾਈਡ ਦੀ, ਤੇ ਐਲਕਾਈਲ ਬਰੋਮਾਈਡ ਤੋਂ ਘੱਟ ਹੋਊਗੀ ਐਲਕਾਈਲ ਕਲੋਰਾਈਡ ਦੀ। ਠੀਕ ਆ, ਇਹਦੀ ਡੈਂਸਿਟੀ ਸਭ ਤੋਂ ਜ਼ਿਆਦਾ ਕਾਹਦੀ ਆ? ਕਿਉਂਕਿ ਇਹਦਾ ਮਾਸ ਜ਼ਿਆਦਾ ਆ, ਐਟੋਮਿਕ ਮਾਸ ਜ਼ਿਆਦਾ ਆ। ਇਹਦੇ ਵਿੱਚ ਇੰਨਾ ਕੁ ਹੀ ਯਾਦ ਰੱਖਣਾ ਆ, ਜ਼ਿਆਦਾ ਕੁਛ ਕਰਨ ਦੀ ਲੋੜ ਨਹੀਂ ਆ। ਤੇ ਜਿਹੜੀ ਸਾਡੀ 5th ਪ੍ਰੋਪਰਟੀ ਆ ਜਾਂਦੀ ਹੈ ਉਹ ਆ ਜਾਂਦੀ ਹੈ ਸੋਲੂਬਿਲਿਟੀ। ਠੀਕ ਹੈ, ਸੋਲੂਬਿਲਿਟੀ ਦੇ ਵਿੱਚ ਹੁਣ ਜਿਹੜੇ ਹੈਲੋ ਐਲਕੇਨਸ ਆ ਉਹਨਾਂ ਦਾ ਕਿਹੜਾ ਨੇਚਰ ਆ? ਪੋਲਰ। ਠੀਕ ਹੈ, ਤੇ ਜੇ ਆਪਾਂ ਇਹਨਾਂ ਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰੀਏ, ਵਾਟਰ ਵੀ ਕੀ ਹੁੰਦਾ? ਪੋਲਰ। ਤੇ ਵਾਟਰ ਦੇ ਵਿੱਚ ਡਿਜ਼ੋਲਵ ਹੋਣੇ ਚਾਹੀਦੇ ਸੀਗੇ ਇਹ, ਬਟ ਜਿਹੜੇ ਹੈਲੋ ਐਲਕੇਨਸ ਹੁੰਦੇ ਆ, ਹੈਲੋ ਐਲਕੇਨਸ ਇਹ ਲਿਟਲ ਬਿਟ ਸੋਲੂਬਲ ਹੁੰਦੇ ਆ। ਲਿਟਲ ਬਿਟ ਮੀਨਸ ਬਹੁਤ ਘੱਟ ਸੋਲੂਬਲ ਹੁੰਦੇ ਆ ਵਾਟਰ ਦੇ ਵਿੱਚ। ਸੋਲੂਬਲ ਨਹੀਂ, ਆਪਾਂ ਮਿਸੀਬਲ ਵਰਡ ਯੂਜ਼ ਕਰਦੇ ਹੁੰਦੇ ਆ। ਠੀਕ ਹੈ, ਬਹੁਤ ਘੱਟ ਮਿਸੀਬਲ ਹੁੰਦੀ ਆ ਵਾਟਰ ਦੇ ਵਿੱਚ। ਕਿਉਂ ਹੁੰਦੀ ਆ? ਕਿਉਂਕਿ ਇਹਨਾਂ ਦੇ ਵਿੱਚ ਜਿਹੜੇ Cl ਕਾਰਬਨ, ਇਹ ਵਾਲਾ ਬੌਂਡ ਤਾਂ ਚਲੋ ਪੋਲਰ ਆ, ਬਟ ਕਾਰਬਨ ਦੇ ਨਾਲ ਕਾਰਬਨ ਚੇਨ ਹੁੰਦੀ ਆ। ਠੀਕ ਹੈ, ਕਾਰਬਨ ਕੀ ਆ? ਚੇਨ, ਜਿਹੜੀ ਕੀ ਆ? ਨੌਨ ਪੋਲਰ ਆ। ਜਿਹੜੀ ਕੀ ਆ? ਨੌਨ ਪੋਲਰ ਆ, ਜਿਹੜੀ ਵਾਟਰ ਦੇ ਵਿੱਚ ਇਹਨੂੰ ਸੋਲੂਬਲ ਹੋਣ ਨਹੀਂ ਦਿੰਦੀ। ਠੀਕ ਹੈ, ਗੱਲ ਸਮਝ ਲੱਗ ਗਈ? ਜਿਹੜੇ ਹੈਲੋ ਐਲਕੇਨਸ ਹੁੰਦੇ ਆ ਉਹਦੇ ਵਿੱਚ ਜਿਹੜਾ ਐਲਕਾਈਲ ਚੇਨ ਹੁੰਦੀ ਆ ਉਹ ਕੀ ਹੁੰਦੀ ਆ? ਨੌਨ ਪੋਲਰ ਹੁੰਦੀ ਆ, ਜਿਹੜੀ ਉਹਨੂੰ ਵਾਟਰ ਦੇ ਵਿੱਚ ਸੋਲੂਬਲ ਹੋਣ ਨਹੀਂ ਦਿੰਦੀ। ਤੇ ਜਿਹੜੇ ਹੈਲੋ ਐਲਕੇਨਸ ਆ ਨਾ, ਉਹ ਜਿਹੜੇ ਹੋਰ ਆਰਗੈਨਿਕ ਸੋਲਵੈਂਟਸ ਆ, ਆਰਗੈਨਿਕ ਸੋਲਵੈਂਟਸ ਦੇ ਵਿੱਚ ਸੋਲੂਬਲ ਹੁੰਦੇ ਆ। ਕਿਹਦੇ ਵਿੱਚ ਸੋਲੂਬਲ ਹੁੰਦੇ ਆ? ਆਰਗੈਨਿਕ ਸੋਲਵੈਂਟਸ ਦੇ ਵਿੱਚ ਇਹ ਸੋਲੂਬਲ ਹੁੰਦੇ ਆ। ਠੀਕ ਹੈ ਬੇਟਾ, ਇਹਨਾਂ ਦੇ ਵਿੱਚੋਂ ਜਿਹੜੀ ਮੇਨ ਪ੍ਰੋਪਰਟੀਜ਼, ਇੱਕ ਤਾਂ ਬੋਇਲਿੰਗ ਪੁਆਇੰਟ ਵਾਲਾ ਕੁਐਸਚਨ ਬਣਦਾ ਹੁੰਦਾ ਆ, ਤੇ ਦੂਸਰਾ ਕੁਐਸਚਨ ਇਹ ਬਣ ਜਾਂਦਾ ਹੁੰਦਾ ਕਿ ਉਹ ਵਾਟਰ ਦੇ ਵਿੱਚ ਸੋਲੂਬਲ ਹੈ ਜਾਂ ਨਹੀਂ ਹੈ। ਉਹ ਇਹ ਪੁੱਛਦੇ ਹੁੰਦੇ ਕਿ ਉੱਦਾਂ ਆਪਾਂ ਕਹਿੰਦੇ ਪਏ ਆ ਕਿ ਉਹ ਪੋਲਰ ਆ, ਮੀਨਸ ਉਹਨਾਂ ਦੀ ਡਾਈਪੋਲ ਮੂਵਮੈਂਟ ਆ, ਵਾਟਰ ਵੀ ਪੋਲਰ ਆ, ਫਿਰ ਵੀ ਉਹ ਵਾਟਰ ਦੇ ਵਿੱਚ ਸੋਲੂਬਲ ਕਿਉਂ ਨਹੀਂ ਹੁੰਦੀ। ਠੀਕ ਆ, ਹੁਣ ਤੁਸੀਂ ਇਹ ਵੀ ਲਿਖ ਸਕਦੇ ਆ ਕਿ ਜਿਹੜਾ ਵਾਟਰ ਆ ਉਹਦੇ ਵਿੱਚ ਕੀ ਹੋਈ ਹੁੰਦੀ ਆ? ਉਹਦੇ ਵਿੱਚ ਹਾਈਡਰੋਜਨ ਬੌਂਡਿੰਗ ਹੋਈ ਆ। ਠੀਕ ਹੈ, ਵਾਟਰ ਦੇ ਵਿੱਚ ਕੀ ਹੋਇਆ ਆ? ਹਾਈਡਰੋਜਨ ਬੌਂਡਿੰਗ ਹੋਈ ਆ। ਜੇ ਹਾਈਡਰੋਜਨ ਬੌਂਡਿੰਗ ਹੋਈ ਆ ਤੇ ਜੇ ਆਪਾਂ ਹੁਣ ਹੈਲੋ ਐਲਕੇਨ ਨੂੰ ਉਹਦੇ ਵਿੱਚ ਡਿਜ਼ੋਲਵ ਕਰਨਾ, ਉਹਨੂੰ ਵਾਟਰ ਦੀ ਹਾਈਡਰੋਜਨ ਬੌਂਡਿੰਗ ਤੋੜਨੀ ਪੈਣੀ ਆ, ਜਿਹੜੀ ਕੀ ਆ? ਅਨਫੇਵਰੇਬਲ ਆ। ਠੀਕ ਹੈ, ਪਹਿਲਾ ਰੀਜ਼ਨ ਕੀ ਲਿਖ ਸਕਦੇ ਆ ਕਿ ਜਿਹੜੀ ਹੈਲੋ ਐਲਕੇਨ ਦੇ ਨਾਲ ਐਲਕਾਈਲ ਕਾਰਬਨ ਚੇਨ ਹੁੰਦੀ ਆ ਉਹ ਨੌਨ ਪੋਲਰ ਹੁੰਦੀ ਹੈ, ਜਿਹੜੀ ਵਾਟਰ ਵਿੱਚ ਉਹਨੂੰ ਸੋਲੂਬਲ ਨਹੀਂ ਹੋਣ ਦਿੰਦੀ। ਦੂਸਰੀ ਚੀਜ਼ ਤੁਸੀਂ ਲਿਖਣੀ ਆ ਕਿ ਵਾਟਰ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੋਈ ਆ। ਵਾਟਰ ਦੇ ਵਿੱਚ ਕਿਹੜੀ ਚੀਜ਼ ਹੋਈ ਆ? ਹਾਈਡਰੋਜਨ ਬੌਂਡਿੰਗ। ਤੇ ਜੇ ਹੁਣ ਆਪਾਂ ਕੋਈ ਹੈਲੋ ਐਲਕੇਨ ਨੂੰ ਉਹਦੇ ਵਿੱਚ ਡਿਜ਼ੋਲਵ ਕਰਵਾਉਣਾ ਆ ਤੇ ਸਾਨੂੰ ਹਾਈਡਰੋਜਨ ਬੌਂਡਿੰਗ ਦੀ ਬ੍ਰੇਕ ਡਾਊਨ ਕਰਨੀ ਪੈਣੀ ਹੈ, ਜਿਹੜੀ ਕੀ ਆ? ਅਨਫੇਵਰੇਬਲ ਆ। ਠੀਕ ਆ, ਸੋ ਜਿਹੜੇ ਹੈਲੋ ਐਲਕੇਨਸ ਆ ਵਾਟਰ ਦੇ ਵਿੱਚ ਸੋਲੂਬਲ ਬਿਲਕੁਲ ਥੋੜ੍ਹੇ ਜਿਹੇ ਹੁੰਦੇ ਆ, ਜ਼ਿਆਦਾਤਰ ਉਹ ਸੋਲੂਬਲ ਕਿਹਨਾਂ ਦੇ ਵਿੱਚ ਹੁੰਦੇ ਆ? ਆਰਗੈਨਿਕ ਸੋਲਵੈਂਟਸ ਦੇ ਵਿੱਚ ਸੋਲੂਬਲ ਹੁੰਦੇ ਆ। ਓਕੇ, ਅੱਜ ਲਈ ਇੰਨਾ ਕਰ ਲਿਓ, ਫਿਰ ਆਪਾਂ ਕਰਾਂਗੇ ਕੈਮੀਕਲ ਪ੍ਰੋਪਰਟੀਜ਼।